अस्सलाम वालेकुम नाज़रीन, मैं हूं आपका होस्ट खुर्रम नाज़िर। इस वक्त जना अस्पताल के बाहर मौजूद हूं। तहरीक लब्बैक के अहम रहनुमा हाजी नवाज़ गुड्डू साहब की फैमिली पर जानलेवा हमला हुआ था और उनका बेटा जो है इस वक्त जांबक हो चुका है और अभी यहाँ पर मौजूद है। हर आँख अश्कबार है। इनसे जानते कि सारा मामला हुआ कैसे है। बड़ा अफसोस हुआ जी, अल्लाह ताला आपको सब्र जमील दे और जाने वालों के दर्जात बुलंद करे। बताइएगा कि ये सारा मामला हुआ कैसे? कोई ज़ाती दुश्मनी थी का मामला था, उसके बाद आपकी पूरी फैमिली पर जो है वो हमला हुआ? कज़न सी अहमद अली दे बेटे की शादी सी, मैं उत्थे शादी ते गया वां। उत्थों बरात नाल निकलिया वां ते मैं अगे कणियां की आ गया वां। कणियां की आन के ते मैं ना उत्थे गड्डी खिलार दी मट्ठी मट्ठी ते पिछों बरात आ गई। मैं ना उहदे पिछे गड्डी ला दी जिहड़ी हैगी उहदी दूल्हे दी जिहड़ी गड्डी, ਉਹਦੇ ਪਿੱਛੇ ਗੱਡੀ ਲਾ ਦਿੱਤੀ ਤੇ ਉੱਥੋਂ ਨਾ ਇਹਨਾਂ ਦੋ ਤਿੰਨ ਰੀ ਨਾਲ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਿਹਾ ਵੀ ਕੋਈ ਬੱਚੇ ਬੁੱਚੇ ਹੋਣੇ ਨੇ ਜਿਹੜੇ ਨਾ ਪੁਰਾਣੀ ਹੈਗੀ ਸੀ ਪਜਾਰੋ ਇਹਨਾਂ ਦੀ, ਤੇ ਮੈਂ ਕੋਈ ਬੱਚੇ ਬੁੱਚੇ ਹੋਣੇ ਨੇ ਤੇ ਉਹ ਜਿਹੜੇ ਨਾ ਇਹ ਤੰਗ ਕਰਦੇ ਨੇ। ਮੈਂ ਅੱਗੇ ਨਿਕਲ ਜਾਂਦੇ, ਇਹਨਾਂ ਨੂੰ ਪਿੱਛੇ ਛੱਡ ਦਿਆ। ਮੈਂ ਅੱਗੇ ਨਿਕਲ ਗਿਆ ਵਾਂ, ਉਹਨਾਂ ਨੂੰ ਪਿੱਛੇ ਛੱਡ ਦਿੱਤਾ। ਇਹ ਨਾਲ ਮੈਂ ਅੱਗੇ ਸ਼ਾਦੀ ਹਾਲ ਦੇ ਵਿੱਚ ਰੁਕਿਆ ਜਾ ਕੇ। ਉੱਥੇ ਜਾ ਕੇ ਜਦੋਂ ਮੈਂ ਰੁਕਿਆ ਵਾਂ, ਉੱਥੇ ਜਾ ਕੇ ਮੇਰੇ ਕੋਲ ਮੇਰੇ ਮੋਢੇ ਦੇ ਹੱਥ ਰੱਖ ਕੇ ਤੇ ਮੈਨੂੰ ਆਂਦਾ ਤੂੰ ਜਾਣਦਾ ਨਹੀਂ ਮੈਂ ਪਾਪਾ। ਮੈਂ ਅੱਗੇ ਪੰਜ ਮਾਰੇ ਨੇ ਤੇ ਅੱਗੇ ਕੀ ਹੋ ਗਿਆ? ਅੱਗੇ ਵੀ ਤਾਂ ਮੈਂ 14 ਸਾਲ ਬਾਹਰ ਰਹਿ ਕੇ ਮੈਂ ਸੁਲ੍ਹਾ ਕਰਵਾਈ, ਬਾਹਰ ਰਹਿ ਕੇ ਸਾਰਾ ਕੁਝ ਕੰਮ ਕੀਤਾ। ਉਦੋਂ ਮੇਰਾ ਕੀ ਵਿਗਾੜ ਲਿਆ? ਮੈਂ ਕਿਹਾ ਯਾਰ ਜਾ ਕੰਮ ਕਰ, ਉਹ ਜਿਹੜੇ ਤੂੰ ਮਾਰ ਲੈ ਤੂੰ ਇੱਥੇ ਤੂੰ ਮੇਰੇ ਨਾਲ ਕਾਹਦੀ ਜਿੱਦ ਕਾਈ ਹੈ। ਉਹਨਾਂ ਜਦੋਂ ਬਰਾਦਰੀ ਦੀ ਪਈ ਉਹਨਾਂ ਉਹਨੂੰ ਹੀ ਲੈ ਗਏ ਅੰਦਰ। ਅਸੀਂ ਜਾ ਕੇ ਬਹਿ ਗਏ, ਰੋਟੀ ਖਾਧੀ। ਰੋਟੀ ਖਾ ਕੇ ਤੇ ਅਸੀਂ ਉੱਥੋਂ ਜਿਹੜਾ ਹੈਗਾ ਉਤੋਂ ਉੱਠਣ ਲੱਗਿਆ ਤੇ ਆਪੇ ਹੀ ਮੇਰੇ ਕੋਲ ਆ ਗਿਆ ਜਿੱਥੇ ਖਾਣਾ ਮੈਂ ਖਾਂਦਾ ਸਾ ਪਿਆ। ਉਹ ਤੇ ਮੇਰੇ ਕੋਲ ਆਇਆ ਤੇ ਮੈਨੂੰ ਆਂਦਾ ਤੂੰ ਮੇਰਾ ਵੱਡਾ ਭਾਈ ਹੈ ਤੇ ਮੇਰਾ ਤੂੰ ਵੀਰ ਹੈ। ਮੈਂ ਕਿਹਾ ਯਾਰ ਗੱਲ ਹੈ, ਤੂੰ ਮੈਨੂੰ ਕਹਿਣਾ ਨਾ ਵੀ ਮੇਰਾ ਵੱਡਾ ਭਾਈ ਹੈ ਤੇ ਮੈਂ ਤੈਨੂੰ ਛੋਟਾ ਭਾਈ ਕਹਿਣਾ। ਮੈਂ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah, ਮੈਨੂੰ ਇਹ ਹੀ ਨਹੀਂ ਸੀ ਪਤਾ ਇਹ ਗੱਡੀ 'ਚ ਵੀ ਤੂੰ ਹੈ, ਨਹੀਂ ਤਾਂ ਮੈਂ ਤੈਨੂੰ ਉਹ ਤਾਂ ਵੀ ਰਸਤਾ ਦੇ ਦੇਣਾ ਸੀ। ਕੋਈ ਗੱਲ ਨਹੀਂ ਵੀ ਤੂੰ ਮੇਰਾ ਛੋਟਾ ਭਰਾ ਸੀ, ਮੈਂ ਤੈਨੂੰ ਫਿਰ ਵੀ ਰਸਤਾ ਦੇ ਦੇ। ਉਹ ਤੇ ਗੱਲ ਖਤਮ ਹੋ ਗਈ। ਅਸੀਂ ਡੇਰੇ 'ਤੇ ਆ ਗਏ। ਡੇਰੇ ਤੋਂ ਛੋਟਾ ਭਾਈ ਨਿਕਲਿਆ, ਨਾਸਰ ਨਿਕਲਿਆ ਆਪਦੇ ਫਾਰਮ ਹਾਊਸ 'ਤੇ ਜਾਣ ਲਈ। ਉਹ ਦੋ ਗੱਡੀਆਂ ਦੇ ਉਹਦੇ 'ਤੇ ਇਹਨਾਂ ਫਾਇਰਿੰਗ ਕੀਤੀ ਹੈ। ਉਹ ਦੋਵੇਂ ਗੱਡੀਆਂ ਜਿਹੜੀਆਂ ਨੇ ਇਹਨਾਂ ਬਰਸਟ ਮਾਰੇ ਨੇ ਉਹਨਾਂ ਨੂੰ। ਉਹਦੇ ਵਿੱਚ ਉਹਦੇ ਸਿਰ 'ਤੇ ਫਾਇਰ ਲੱਗਾ ਨਾਸਰ ਦੇ, ਮਗਰ ਮੇਰਾ ਬੇਟਾ ਸੀ ਉਹ ਜਾ ਰਿਹਾ ਸੀ, ਉਹਦੀ ਵਾਲਦਾ ਨਾਲ ਸੀ। ਉਹਨੇ ਇਹਨਾਂ ਬਰਸਟ ਮਾਰੇ ਨੇ ਇਹਨਾਂ ਡਾਲੇ ਨੂੰ ਤੇ ਉਹਦੇ ਵਿੱਚ ਉਹਦੀ ਮਾਂ ਨੂੰ ਫਾਇਰ ਲੱਗ ਗਿਆ। ਫਿਰ ਉਹਦੇ ਸਾਹਮਣੇ ਲਾ ਕੇ ਆਸਨ ਤੇ ਤਸ਼ੱਦਦ ਕਰਦੇ ਰਹੇ ਨੇ, ਉਹਨੂੰ ਬੱਟ ਮਾਰਦੇ ਰਹੇ। ਉਹਨਾਂ ਚਿਰ ਸਾਨੂੰ ਕੀ ਦੱਸਿਆ, ਅਸੀਂ ਮੈਂ ਤੇ ਨਦੀਮ ਜਿਹੜਾ ਮੇਰਾ ਬੇਟਾ ਫੌਤ ਹੋ ਗਿਆ, ਅਸੀਂ ਨਾ ਤੇ ਦੋ ਮੁੰਡੇ ਨਾਲ ਨੇ, ਅਸੀਂ ਚਾਰੇ ਜਣੇ ਉਹਦੀ ਗੱਡੀ 'ਚ ਬਹਿ ਕੇ ਨਾ ਤੇ ਅਸੀਂ ਅੱਗੇ ਆਏ ਹਾਂ। ਅੱਗੇ ਜਦੋਂ ਆਏ ਨਾ ਮੌਕਿਆ ਤੇ ਉੱਥੇ ਤੇ ਉਹਨਾਂ ਅਸੀਂ ਜਿੱਥੇ ਹੈ ਸੀ ਉਹ ਡਾਲਾ ਖੜਾ, ਉੱਥੇ ਕਰਕੇ ਅਸੀਂ ਆਏ। ਜਿੰਦੇ ਡਾਲੇ ਤੇ ਪਹਿਲੋਂ ਹਸਨ ਨੂੰ ਅੰਦਰ ਲੈ ਕੇ ਤੇ ਉਹਨੂੰ ਜਾ ਕੇ ਉਹਦੇ ਉੱਥੋਂ ਜਾ ਕੇ ਉਹ ਸਾਡੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੈਂ ਨਿਕਲਿਆ, ਮੈਨੂੰ ਫਾਇਰ ਲੱਗ ਗਿਆ। ਜਿਹੜਾ ਮੁੰਡਾ ਦੂਸਰਾ ਸ਼ਾਇਦ ਨਿਕਲਿਆ ਉਹਨੂੰ ਲੱਗ ਗਿਆ। ਮੁੰਡਾ ਦੂਸਰਾ ਗਨਮੈਨ ਸੀ ਉਹਨੂੰ ਫਾਇਰ ਲੱਗ ਗਿਆ। ਤੇ ਬੇਟੇ ਨੂੰ ਉਹਨਾਂ ਦੋ ਸਿਰ 'ਚ ਫਾਇਰ ਲੱਗ ਗਏ ਨੇ, ਇੱਕ ਉਹਨੂੰ ਦਿਲ 'ਤੇ ਲੱਗ ਗਿਆ ਤੇ ਨਾਲ ਹੀ ਉਹ ਬੜਕਾ ਮਾਰਦੇ। ਲਓ ਜੀ ਹੁਣ ਜਿਹੜਾ ਨਾ ਅੱਗੇ ਕੀ ਹੋ ਗਿਆ ਸੀ ਤੇ ਹੁਣ ਸਾਡਾ ਕੀ ਕੋ ਵਿਗਾੜ ਲਿਆ ਸਾਂ? ਜੇ ਅੱਗੇ ਪੰਜ ਮਾਰ ਕੇ ਅਸੀਂ ਆ ਗਏ ਸਾਂ ਤੇ ਹੁਣ ਵੀ ਸਾਡਾ ਕੁਛ ਨਹੀਂ ਕੋ ਵਿਗਾੜ ਸਕਦਾ। ਮੈਂ ਕਿਹਾ ਅੱਲਾ ਦੀ ਜ਼ਾਤ ਤਾਂ ਬੈਠੀ, ਉਹ ਬੜਾ ਕੁਛ ਕਰਦੀ ਆ। ਇਨਸ਼ਾਅੱਲਾ ਤਾਲਾ ਇਹ ਜ਼ਾਲਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੁੰਦੀ ਹੈ ਤੇ ਅੱਲਾ ਦੇ ਹੁਕਮ ਨਾਲ ਮਿਲਣੀ। ਉਹਦੇ 'ਚ ਇਹ ਹੈਗਾ ਪੁਲਿਸ ਨੇ ਉਧਰ ਰੇਟਾਂ ਕਰਨ ਦੀ ਬਜਾ ਵਨ ਫਈ ਤੇ ਕਾਲਾਂ ਵੀ ਅਸੀਂ ਕੀਤੀਆਂ। ਸਾਡੇ ਤੇ ਤਸ਼ੱਦਦ ਵੀ ਸਾਡੇ ਤੇ ਹੋ ਗਿਆ, ਫਾਇਰ ਵੀ ਅਸੀਂ ਖਾ ਲਏ ਤੇ ਜਿਹੜਾ ਹੈਗਾ ਪੁਲਿਸ ਨੇ ਰੇਟਾਂ ਸਾਡੇ ਘਰਾਂ 'ਚ ਸਾਡਾ ਕੋਈ ਜਿਹੜਾ ਨਾ ਘਰ ਵੀ ਤੋੜ ਛੱਡੇ ਨੇ, ਸਾਡੇ ਫਾਰਮ ਹਾਊਸ ਵੀ ਤੋੜ ਛੱਡੇ ਨੇ, ਹਰ ਚੀਜ਼ ਦਾ ਨੁਕਸਾਨ ਸਾਡਾ ਕੀਤਾ। ਜਦੋਂ ਬਾਅਦ 'ਚ ਪੁਲਿਸ ਨੂੰ ਫਿਰ ਪਤਾ ਲੱਗਾ ਘੰਟੇ ਬਾਅਦ, ਮੇਰੇ ਪੁੱਤਰ ਨੂੰ ਚੁੱਕ ਕੇ ਲੈ ਗਏ, ਹਸਨ ਨੂੰ, ਮੇਰੇ ਉਹ ਜਿਹੜਾ ਹੈਗਾ ਸੀ ਹਾਫਿਜ਼ ਮੋਹਸਨ ਉਹਨੂੰ ਲੈ ਗਏ, ਭਤੀਜੇ ਨੂੰ ਸ਼ਹਜ਼ਾਦ ਨੂੰ ਲੈ ਗਏ, ਕੋਈ ਬਾਹਰੋਂ ਬੰਦੇ ਫੜ ਕੇ ਸਾਰੇ ਲੈ ਗਏ। ਫੜ ਕੇ ਤੇ ਉਹਨਾਂ ਨਾਲ ਵੀ ਜਾ ਕੇ ਤਸ਼ੱਦਦ ਕਰਦੇ ਰਹੇ। ਘਰ ਸਾਡੀਆਂ ਔਰਤਾਂ ਨਾਲ ਵੀ ਜ਼ਿਆਦਤੀ ਪੁਲਿਸ ਨੇ ਕੀਤੀ ਹੈ ਤੇ ਬਹੁਤ ਜ਼ਿਆਦਾ ਕੀਤੀ ਹੈ। ਆਹ ਸਾਡੇ ਨਾਲ ਨਸਾਬ ਪੁਲਿਸ ਪਹਿਲੋਂ ਹੀ ਕੀਤਾ है। आगे अफराद जख्मी हैं और अस्पताल में हैं? कौन जख्मी हुए? ਹੁਣ ਜਿਹੜਾ ਹੈਗਾ ਮੈਂ ਖੁਦ ਵੀ ਜ਼ਖਮੀ ਹਾਂ, ਮੇਰਾ ਭਾਈ ਵੀ ਜ਼ਖਮੀ ਹੈ। ਬਾਜ਼ੂ ਪਰ ਲੱਗੀ ਹੈ? ਮੇਰਾ ਫਾਇਰ ਆਰ ਪਾਰ ਹੋਇਆ ਇੱਥੋਂ। ਸਹੀ ਹੈ। ਤੇ ਜਿਹੜਾ ਹੈਗਾ ਮੇਰਾ ਭਾਈ ਵੀ ਜ਼ਖਮੀ, ਉਹ ਵੀ ਇੱਥੇ ਹਸਪਤਾਲ ਹੈ। ਬੇਗਮ ਹੈ ਉਹ ਵੀ ਜ਼ਖਮੀ, ਉਹ ਜਿਹੜੀ ਉਹਨੂੰ ਹੁਣ ਇੱਥੋਂ ਘਰ ਭੇਜਿਆ। ਉਹ ਬਾਰ ਬੱਚੇ ਜਿਹੜਾ ਫੌਤ ਹੋਇਆ ਨਦੀਮ ਇੱਧਰੋਂ ਦੇ ਉੱਤੇ ਆਉਂਦੀ ਸੀ ਤੇ ਉਹਨੂੰ ਘਰ ਭੇਜ ਦਿੱਤਾ। ਬਾਕੀ ਸ਼ਾਇਦ ਨੂੰ ਆਰ ਪਾਰ ਫਾਇਰ ਲੱਗਾ ਮੁੰਡਾ, ਉਹ ਇੱਥੇ ਹੀ ਹਸਪਤਾਲ ਪਿਆ। ਉਹਦੇ ਗੁਰਦੇ ਜਿਹੜੇ ਨੇ ਉਹ ਡੈਮੇਜ ਹੋ ਚੁੱਕੇ ਨੇ। अभी FIR भी दर्ज हो चुकी है, कहा जा रहा है क्या पुलिस की कार्रवाई से मुतमिन है? ਜੇ ਤੁਹਾਨੂੰ ਕੋਈ ਇਨਸਾਫ ਮਿਲਿਆ ਤਾਂ ਮੁਤਮੈਨ ਆ। ਜਿਵੇਂ ਸਾਡੇ ਕੱਲ੍ਹ ਇਨਸਾਫ ਮਿਲਿਆ
ਫੜਨਾ ਉਹਨਾਂ ਨੂੰ ਰੇਟਾਂ ਸਾਡੇ ਤੇ ਕਰ ਕਰਕੇ ਸਾਡੀ ਧੂੜ ਪੱਟ ਛੱਡੀ। ਸਾਡੇ ਘਰਾਂ ਦਾ ਜਿਹੜਾ ਨਾ ਕੋਈ ਉੱਥੇ 50 ਤੋਂ 60 ਲੱਖ ਦਾ ਨੁਕਸਾਨ ਕੀਤਾ। ਸਾਡੇ ਘਰਾਂ 'ਚ ਸਾਡੀ ਤਬਾਹੀ ਬਹੁਤੀ ਤਾਂ ਸਾਡੀ ਤਬਾਹੀ ਪੱਟੀ ਗਈ। ਸਾਡੇ ਨਾਲ ਆ ਜ਼ਿਆਦਤੀ ਕੱਲ ਕੀਤੀ ਗਈ। ਅੱਲਾ ਹੀ ਇਹਨਾਂ ਨੂੰ ਹਦਾਇਤ ਦੇਵੇ, ਜੇ ਸਾਨੂੰ ਇਨਸਾਫ ਮਿਲੇ ਤਾਂ ਤੇ ਅਸੀਂ ਕੀ ਕਰਨਾ, ਜੇ ਨਾ ਇਨਸਾਫ ਮਿਲੇ ਤਾਂ ਤੇ ਚਲੋ ਠੀਕ ਹੈ, ਜਿਹਨੂੰ ਅੱਲਾ ਦੇਵੇ ਤਾਂ ਫਿਰ ਅਸੀਂ ਵੀ 780 ਜੋ ਉੱਥੇ ਇਹਨਾਂ 500 ਖੋਲ ਜਿਹੜਾ ਕਲਾਸ਼ਨ ਦਾ ਫੜਿਆ, ਤੇਈਆਂ ਦੇ ਖੋਲ 700 ਫੜਿਆ। ਉੱਥੇ ਜੋ ਇੰਨੀ ਫਾਇਰਿੰਗ ਹੋਈ, ਉਹਦੇ ਬਾਵਜੂਦ 780 ਲੱਗਣੀ ਚਾਹੀਦੀ ਹੈ। ਜਿਹੜੇ ਬੰਦੇ ਨੇ ਪਹਿਲੇ ਉਹਨੇ ਜਿਹੜੇ ਪਹਿਲੇ ਜਿਹੜੇ ਬੰਦੇ 5 ਮਾਰੇ ਨੇ, ਉਹਨਾਂ ਨੂੰ ਇਹਨੇ 300 ਗੋਲੀ ਮਾਰੀ ਹੈ। ਉਹਨਾਂ ਦੀਆਂ ਇਹਨੇ ਜਿਹੜੇ ਚਿਹਰੇ ਨਹੀਂ ਸਨ ਸਿਆਬਦੇ, ਇਹਨੇ ਇੰਜ ਫਾਇਰਿੰਗ ਕੀਤੀ। ਇੰਜ ਜ਼ਾਲਮ ਨੇ ਇਹ ਜਿਹੜੇ ਬੰਦੇ ਨੇ, ਇੰਜ ਦਰਿੰਦੇ ਨੇ। ਇੱਥੇ ਇਹ ਦਰਿੰਦੇ ਜੇ ਦੁਬਾਰਾ ਛੱਡੇ ਗਏ, ਇਹ ਬਾਅਦ ਚ ਦੁਨੀਆ ਨੂੰ ਬਹੁਤ ਤੰਗ ਕਰਨ ਦੇ। ਇਹ ਦਰਿੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ, ਜਾਂ ਇਹ ਨੂੰ ਬਾਹਰ ਕੱਢ ਕੇ ਤੇ ਗੋਲੀ ਦਾ ਆਰਡਰ ਹੋਣਾ ਚਾਹੀਦਾ। ਇਹ ਬੰਦੇ ਜਿਹੜੇ ਨੇ ਅਗਾਂ ਇਹ ਕਿਸੇ ਨਾਲ ਜ਼ੁਲਮ ਨਾ ਕਰਨ, ਕਿਸੇ ਦੇ ਜਵਾਨ ਬੱਚਿਆਂ ਨੂੰ ਇੰਜ ਸ਼ਹੀਦ ਨਾ ਕਰਨ, ਜਿਨ੍ਹਾਂ ਨਾਲ ਜ਼ਿਆਦਤੀ ਜ਼ੁਲਮ ਸਾਨੂੰ ਤਾਂ ਸਾਰੇ ਟੱਬਰ ਨੂੰ ਇਹਨਾਂ ਮਾਰ ਛੱਡਿਆ। ਸਾਡੇ ਪੱਲੇ ਰਹਿ ਕੀ ਗਿਆ। ਤੇ ਪਾਕਿਸਤਾਨ ਜੇ ਕੋਈ ਮਦਦ करे दी तो उन्होंने मेहरबानी, नहीं करे दी ਤਾਂ भी उन्होंने मेहरबानी। 780 का जो इतलाक नहीं हुआ, ये बताइएगा कि FIR में कौन कौन सी दफात लगी है? अभी तक तो क्योंकि जब तक हाजी साहब के बेटे का इंतकाल नहीं हुआ तो उससे पहले तो 324 का ही इतलाक था। लेकिन अब हमारी यही रिक्वेस्ट है, जो भी कंसर्न जमादारान है, कि उनके साथ 302 तो ऑफकोर्स होगा ही होगा, लेकिन जो उन्होंने सरेआम मेन रोड्स के ऊपर दिन दिहाड़ मतलब रात के अंधेरे में दहशतगर्दी फैलाई है, सरेआम आतशी असले का इस्तेमाल किया है, कोई 4-5 हज़ार वहाँ से खोल बरामद हुआ है क्लाशनकोफ का और 223 का। तो इन चीज़ों को मद्देनजर रखते हुए हम ये भी कंसर्न जितने भी जुम्मेदारान हैं उनसे हम ये रिक्वेस्ट करते हैं कि इसमें दहशतगर्दी की जितनी भी दफात हैं वो लगनी चाहिए, और ताकि ये एक एग्जाम्पल सेट की जाए, आगे से कोई भी जालिम ऐसे जालमाना कार्रवाई ना कर सके। नमाज जनाजा के हवाले से बता दीजिएगा कि कब अदा की जाएगी? नमाज जनाजा अभी फैमिली ने डिसाइड नहीं किया, तो वो जैसे डिसाइड होता है अभी इंशाल्लाह हाफिज साहब से राब्ता हो रहा है। और ये पूरी दहशतगर्दी, पहले भी इन्होंने दहशतगर्दी की थी, अब भी दहशतगर्दी की है, मगर ये दहशतगर्दी अगर ना अब अपना दफर लगाई तो इंशाल्लाह फिर हम जो हमारे से कुछ हम जरूर करेंगे। फिर हम सड़कों पे आएंगे इंशाल्लाह ताला। अगर जो हमें तो बिल्कुल हम हमारा, क्योंकि हाजी साहब हमारी तहरीक लबैक पाकिस्तान के मरकजी रहनुमा हैं, मरकजी हमारे शेर हैं बाबा जी के। अगर इनको इंसाफ नहीं दिया गया तो फिर हम इंशाल्लाह अपना इंसाफ खुद तलाश करेंगे, और हम फिर रोड्स बंद करेंगे, और हमसे जो हो सका हम फिर वो करेंगे इंशाल्लाह। बाकी जनाजे का जी इंशाल्लाह बाद में ऐलान करेंगे। साथ भाई से रब्ता इंशाल्लाह ताला हो गया है, तो वो जिस तरह भी यहाँ से फारिग होंगे ना, फारिग होकर वो मुशावरत के बाद जी बिल्कुल जी, नमाज जनाजा के हवाले से इन्होंने बताया कि मुशावरत के बाद वो भी ऐलान कर दिया जाएगा। इस वक्त जिन्ना अस्पताल के बाहर के तमाम तर आपको मनाजिर दिखाए जा रहे थे, जिसमें हाजी नवाज गुड्डू साहब का बेटा जो है वो उनकी फैमिली पर जानलेवा हमला हुआ और बेटा कत्ल हो गया। और इस वक्त यहाँ पर सोगरान यहाँ पर मौजूद है और ताज़ियत के लिए भी आ रहे हैं। अभी के लिए जा दीजिएगा लाने के बाद।